वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के नाथ। वाल्मीकि
बोले सो निरभै भगवान वाल्मीकि महाराज की जय। जो बोले सो निरभै सतगुरु रविदास महाराज की जय। गुरु रूप साध संगत जी, ਅਸੀਂ ਇੱਕ ਵਾਰੀ ਫੇਰ ਭਗਵਾਨ ਵਾਲਮੀਕ ਮੰਦਿਰ ਬੈਡਫੋਰਡ ਤੋਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਸ਼੍ਰੀ ਯੋਗ ਵਿਸ਼ੇਸ਼ ਮਹਾਰਾਮਾਇਣ ਦੇ ਵਿਚਾਰ ਆਪ ਦੇ ਨਾਲ ਸਾਂਝੇ ਕਰਨ ਲਈ ਆਪ ਦੇ ਰੂਬਰੂ ਹੋਏ ਹਾਂ। ਅੱਜ ਦੀ ਸੇਵਾ ਵਿੱਚ ਮੇਰੇ ਨਾਲ ਮੇਰੇ ਖੱਬੇ ਪਾਸੇ ਬੀਬੀ ਨਿਰਮਲਾ ਜੋ ਕਿ ਸਾਡੇ ਗੁਰੂ ਘਰ ਦੇ ਟ੍ਰੈਜਰ ਉਹ ਹਿੱਸਾ ਪਾ ਰਹੇ ਹਨ, ਔਰ ਇਸੇ ਤਰ੍ਹਾਂ ਮੇਰੇ ਸੱਜੇ ਪਾਸੇ ਸਾਡੇ ਗੁਰੂ ਘਰ ਦੇ ਕਲਚਰ ਸੈਕਟਰੀ ਕਰਤਾਰ ਚੰਦ ਸੋਤਾ ਜੀ ਇਸ ਪ੍ਰੋਗਰਾਮ ਵਿੱਚ ਹਿੱਸਾ ਪਾਉਣਗੇ, ਔਰ ਕੈਮਰੇ ਤੇ ਹਮੇਸ਼ਾ ਦੀ ਤਰ੍ਹਾਂ ਤਰਲੋਕ ਗਾਰੂ ਜੀ ਸੇਵਾ ਨਿਭਾ ਰਹੇ ਹਨ। ਸੋ ਆਓ ਆਪਾਂ ਸਾਰੇ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਔਰ ਮੈਂ ਬੀਬੀ ਨਿਰਮਲ ਜੀ ਨੂੰ ਅਰਜ਼ ਕਰਦਾ ਹਾਂ ਕਿ ਭਗਵਾਨ ਵਾਲਮੀਕ ਜੀ ਦਾ ਜੋ ਉਪਦੇਸ਼ ਹੈ ਉਹ ਸੰਗਤ ਤੱਕ ਪਹੁੰਚਾਉਣ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਥਿਤੀ ਪ੍ਰਕਰਨ ਦੇ ਅਧਿਆਏ 22 ਵਿੱਚ ਜੀਵਾਂ ਨੂੰ ਉਪਦੇਸ਼ ਕਰਦੇ ਹੋਏ ਲਿਖਦੇ ਹਨ, ਜਦ ਜੀਵ ਨੂੰ ਸੰਤਾਂ ਦੀ ਸੰਗਤ ਤੇ ਸੱਚੇ ਸ਼ਾਸਤਰਾਂ ਦੇ ਵਿਚਾਰ ਨਾਲ ਵਿਚਾਰ ਉਪਜਦਾ ਹੈ ਤਾਂ ਸੰਸਾਰ ਦਾ ਮਨਨ ਨਿਵ੍ਰਿਤ ਹੋ ਜਾਂਦਾ ਹੈ। ਤਦ ਵਿਵੇਕ ਰੂਪੀ ਬੁੱਧੀ ਉਦੇ ਹੁੰਦੀ ਹੈ, ਤਦ ਪੁਰਸ਼ ਪਰਮ ਤੱਤ ਵਿੱਚ ਜਾਗਦਾ ਹੈ ਤੇ ਸੰਸਾਰ ਵੱਲੋਂ ਡੂੰਘੀ ਨੀਂਦ ਮੋਏ ਹੋਏ ਵਾਂਗ ਹੋ ਜਾਂਦਾ ਹੈ ਅਤੇ ਸੰਸਾਰ ਵੱਲੋਂ ਬੈਰਾਗ, ਭੋਗ ਵਿੱਚ ਅਭੋਗ ਤੇ ਰਸ ਵਿੱਚ ਵੇਰਸ ਬੁੱਧੀ ਉਪਜਦੀ ਹੈ। ਤਦ ਮਨ ਆਪਣੀ ਸੱਤਾ ਨੂੰ ਤਿਆਗ ਕੇ ਆਤਮ ਰੂਪ ਹੁੰਦਾ ਹੈ। ਜਿਵੇਂ ਬਰਫ਼ ਦਾ ਟੁਕੜਾ ਸੂਰਜ ਦੇ ਤੇਜ ਨਾਲ ਪਾਣੀ ਰੂਪ ਹੋ ਜਾਂਦਾ ਹੈ, ਤਿਵੇਂ ਹੀ ਜਦ ਮਨ ਵਿੱਚ ਸੰਸਾਰ ਦੀ ਸਚਾਈ ਹੁੰਦੀ ਹੈ ਤਦ ਉਹ ਫੁਰਨੇ ਤੋਂ ਜੜ ਹੋ ਜਾਂਦਾ ਹੈ। ਜਦ ਵਿਵੇਕ ਰੂਪੀ ਸੂਰਜ ਉਦੇ ਹੁੰਦਾ ਹੈ ਤਦ ਮਨ ਗਲ ਕੇ ਆਤਮ ਰੂਪ ਹੋ ਜਾਂਦਾ ਹੈ। ਜਿਵੇਂ ਜਦ ਤੱਕ ਮਾਰੂਥਲ ਵਿੱਚ ਧੁੱਪ ਹੁੰਦੀ ਹੈ ਤਦ ਤੱਕ ਉੱਥੇ ਮਿਰਗ ਤ੍ਰਿਸ਼ਨਾ ਦੀ ਨਦੀ ਨਸ਼ਟ ਨਹੀਂ ਹੁੰਦੀ, ਪਰ ਜਦੋਂ ਵਰਖਾ ਹੁੰਦੀ ਹੈ ਤਦ ਨਸ਼ਟ ਹੋ ਜਾਂਦੀ ਹੈ। ਤਿਵੇਂ ਹੀ ਜਦ ਤੱਕ ਸੰਸਾਰ ਦੀ ਸਚਾਈ ਹੁੰਦੀ ਹੈ ਤਦ ਤੱਕ ਮਨ ਨਸ਼ਟ ਨਹੀਂ ਹੁੰਦਾ। ਜਦ ਗਿਆਨ ਰੂਪੀ ਵਰਖਾ ਹੁੰਦੀ ਹੈ ਤਦ ਦ੍ਰਿਸ਼ ਭਾਵ ਜੋ ਨਜ਼ਰ ਆਉਂਦਾ ਹੈ, ਮਨ ਸਾਹਿਤ ਸਭ ਨਸ਼ਟ ਹੋ ਜਾਂਦਾ ਤੇ ਅਸਲੀਅਤ ਪਿੱਛੇ ਰਹਿ ਜਾਂਦੀ ਹੈ। ਗੁਰੂ ਜੀ ਸਮਝਾਉਂਦੇ ਹਨ, ਸੰਸਾਰ ਰੂਪੀ ਵਾਸ਼ਨਾ ਦੇ ਜਾਲ ਵਿੱਚ ਜੀਵ ਪੰਛੀ ਵਾਂਗ ਫਸੇ ਹੋਏ ਹਨ। ਜਦ ਵੈਰਾਗ ਰੂਪੀ ਚੂਹਾ ਇਸ ਜਾਲ ਨੂੰ ਕੁਤਰਦਾ ਹੈ ਤਾਂ ਜੀਵ ਬੰਧਨ ਰੂਪ ਹੋ ਜਾਂਦਾ ਹੈ। ਜਿਵੇਂ ਮੈਲਾ ਜਲ ਨਿਰਮਲ ਹੋ ਜਾਂਦਾ, ਤਿਵੇਂ ਹੀ ਵੈਰਾਗ ਨਾਲ ਜੀਵ ਦਾ ਸੁਭਾਅ ਨਿਰਮਲ ਹੋ ਜਾਂਦਾ ਹੈ। ਜਦ ਜੀਵ ਵਿਚਾਰ ਨਾਲ ਰਾਗ ਰਹਿਤ, ਰੋਗ ਰਹਿਤ, ਸੰਕ ਤੇ ਮੋਹ ਰਹਿਤ ਹੁੰਦਾ ਹੈ ਤਦ ਪਿੰਜਰੇ ਵਿੱਚੋਂ ਛੁੱਟੇ ਪੰਛੀ ਵਾਂਗ ਆਜ਼ਾਦ ਹੁੰਦਾ ਹੈ, ਤਿਵੇਂ ਹੀ ਜੀਵ ਆਜ਼ਾਦ ਹੋ ਜਾਂਦਾ ਹੈ। ਸਦੇ ਖੋਟੀ ਬੁੱਧੀ ਸ਼ਾਂਤ ਹੋ ਜਾਂਦੀ ਹੈ, ਜਗਤ ਪਰਮ ਨਸ਼ਟ ਹੋ ਜਾਂਦਾ ਹੈ ਤੇ ਹਿਰਦਾ ਪੂਰਨ ਸ਼ਾਂਤ ਹੋ ਜਾਂਦਾ ਹੈ। ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਸੋਭਦਾ ਹੈ ਤਿਵੇਂ ਹੀ ਗਿਆਨੀ ਸੋਭਦਾ ਹੈ। ਸਭ ਤੋਂ ਉੱਤਮ ਸੁੰਦਰਤਾ ਨੂੰ ਪ੍ਰਾਪਤ ਹੁੰਦਾ ਹੈ ਤੇ ਉਸ ਦਾ ਉਦੇ ਅਸਥ, ਪਿਆਰ, ਨਫ਼ਰਤ ਸਭ ਨਸ਼ਟ ਹੋ ਜਾਂਦਾ ਹੈ। ਸਰਬ ਸਮਤਾ ਭਾਵ ਵਰਤਦਾ ਹੈ ਤੇ ਕਮੀ ਤੇ ਵਿਸ਼ੇਸ਼ਤਾ ਭਾਵ ਨਸ਼ਟ ਹੋ ਜਾਂਦਾ ਹੈ। ਜਿਵੇਂ ਹਵਾ ਤੋਂ ਰਹਿਤ ਸੋਮ ਸਮੁੰਦਰ ਅਚਲ ਹੁੰਦਾ ਹੈ, ਤਿਵੇਂ ਹੀ ਅਸੰਗ ਪੁਰਸ਼ ਮੁਖ ਜੜ ਅੰਨੇ ਕਰਮ ਦੀ ਵਾਸ਼ਨਾ ਤੋਂ ਰਹਿਤ ਅਚਲ ਹੋ ਜਾਂਦਾ ਹੈ ਤੇ ਸਭ ਚੇਤਨ ਪ੍ਰਕਾਸ਼ ਦੇਖਦਾ ਹੈ। ਉਸ ਦੀ ਬੁੱਧੀ ਵਿਵੇਕ ਨਾਲ ਪ੍ਰਫੁੱਲਤ ਹੋ ਜਾਂਦੀ ਹੈ। ਜਿਵੇਂ ਸੂਰਜ ਦੇ ਚੜ੍ਹਨ ਨਾਲ ਸੂਰਜਮੁਖੀ ਫੁੱਲ ਖਿੜ ਜਾਂਦੇ ਹਨ, ਤਿਵੇਂ ਹੀ ਪੁਰਸ਼ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਦੇਵੀ ਗੁਣਾ ਨਾਲ ਸੋਭਦਾ ਹੈ। ਬਹੁਤ ਕਹਿਣ ਦੀ ਗੱਲ ਹੈ, ਗਿਆਨੀ ਸੂਝਵਾਨ ਪੁਰਸ਼ ਆਕਾਸ਼ ਵਾਂਗ ਹੋ ਜਾਂਦਾ ਹੈ। ਉਹ ਨਾ ਉਦੇ ਹੁੰਦਾ ਹੈ ਨਾ ਅਸਤ ਹੁੰਦਾ ਹੈ। ਵਿਚਾਰ ਕਰਕੇ ਜਿਸ ਨੇ ਆਤਮ ਤੱਤ ਨੂੰ ਜਾਣਿਆ ਹੈ
ਉਹ ਉਸ ਪਦ ਨੂੰ ਪ੍ਰਾਪਤ ਹੁੰਦਾ ਹੈ। ਜਿੱਥੇ ਬ੍ਰਹਮਾ, ਵਿਸ਼ਨੂੰ ਤੇ ਰੁਦਰ ਸਥਿਤ ਹਨ ਤੇ ਸਾਰੇ ਹੀ ਉਸ ਦੇ ਪ੍ਰਸੰਨ ਹੁੰਦੇ ਹਨ। ਹੰਕਾਰ ਤੇ ਵਿਕਲਪ ਤੇ ਸਮੂਹ ਉਸ ਨੂੰ ਨਹੀਂ ਖਿੱਚ ਸਕਦੇ। ਜਿਵੇਂ ਪਾਣੀ ਬਿਨਾ ਜਾਣਨ ਵਾਲੇ ਨੂੰ ਮਿਰਗ ਤ੍ਰਿਸ਼ਨਾ ਦੀ ਨਦੀ ਨਹੀਂ ਖਿੱਚ ਸਕਦੀ। ਕਲਿਆਣ ਜੀ, ਭਗਵਾਨ ਵਾਲਮੀਕ ਜੀ ਇਹ ਜੋ ਮਿਰਗ ਤ੍ਰਿਸ਼ਨਾ ਦੀ ਨਦੀ ਦੀ ਗੱਲ ਕੀਤੀ ਹੈ, ਇਸ ਬਾਰੇ ਤੁਸੀਂ ਸੰਗਤਾਂ ਨਾਲ ਹੋਰ ਜਾਣਕਾਰੀ ਸਾਂਝੀ ਕਰ ਸਕਦੇ ਹੋ। ਹਾਂਜੀ, ਗੁਰੂ ਰੂਪ ਸਾਧ ਸੰਗਤ ਜੀ, ਆਪਣੀ ਬਾਣੀ ਵਿੱਚ ਭਗਵਾਨ ਵਾਲਮੀਕ ਜੀ ਬਹੁਤ ਵਾਰੀ ਮਿਰਗ ਤ੍ਰਿਸ਼ਨਾ ਦੀ ਉਦਾਹਰਨਾਂ ਦਿੰਦੇ ਹਨ। ਮਿਰਗ ਤ੍ਰਿਸ਼ਨਾ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਰੇਗਿਸਤਾਨ ਦੇ ਵਿੱਚ ਸੂਰਜ ਚਮਕਦਾ ਹੈ ਤੇ ਉਹਦੀਆਂ ਕਿਰਨਾਂ ਜਦੋਂ ਰੇਤਾਂ ਤੇ ਪੈਂਦੀਆਂ ਹੈ ਤੇ ਦੂਰੋਂ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਾਣੀ ਹੈ, ਕਿ ਜਿਸ ਤਰ੍ਹਾਂ ਨਦੀ ਵਗ ਰਹੀ ਹੈ। ਪਰ ਜਦੋਂ ਕੋਲ ਜਾਈਏ ਤੇ ਉੱਥੇ ਕੁਝ ਵੀ ਨਹੀਂ ਹੁੰਦਾ, ਕਿਉਂਕਿ ਉਹ ਇੱਕ ਚਮਕ ਸੀਗੀ, ਪਾਣੀ ਨਹੀਂ ਸੀਗਾ। ਸੋ ਇਹ ਕਾਫੀ ਵਾਰੀ ਭਗਵਾਨ ਵਾਲਮੀਕ ਜੀ ਸਾਨੂੰ, ਕਿਉਂਕਿ ਭਗਵਾਨ ਵਾਲਮੀਕ ਜੀ ਇਸ ਸੰਸਾਰ ਨੂੰ ਵੀ ਇੱਕ ਮਿਰਗ ਤ੍ਰਿਸ਼ਨਾ ਦੀ ਜਰਾ ਜੋੜਦੇ ਹਨ ਕਿ ਇਹ ਸੰਸਾਰ ਵੀ ਸੱਚ ਨਹੀਂ ਹੈ, ਇੱਕ ਚਮਕ ਹੈ ਜਿਹੜੀ ਸਾਡੇ ਮਨ ਦੀ ਸ਼ਕਤੀ ਚਿੱਤ ਵਿੱਚੋਂ ਨਿਕਲੀ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਗੁਰੂ ਪਿਆਰੀ ਸਾਧ ਸੰਗਤ ਜੀ, ਕਿ ਪ੍ਰਗਟ ਤੇ ਲੁਕਣ ਭਾਵ ਰੂਪ ਜੋ ਸੰਸਾਰ ਹੈ ਉਸ ਨੂੰ ਸੋਹਣਾ ਰੂਪ ਜਾਣ ਕੇ ਗਿਆਨੀ ਅਫਸੋਸ ਨਹੀਂ ਕਰਦੇ। ਦੇਹ ਦੇ ਨਾਸ਼ ਵਿੱਚ ਉਹ ਆਪਣਾ ਨਾਸ਼ ਨਹੀਂ ਮੰਨਦੇ ਤੇ ਉਪਜਣ ਵਿੱਚ ਉਪਜਣਾ ਨਹੀਂ ਮੰਨਦੇ। ਜਿਵੇਂ ਘੱਟ ਉਪਜਣ ਨਾਲ ਆਕਾਸ਼ ਨਹੀਂ ਉਪਜਦਾ, ਕਿਉਂ ਉਹ ਤਾਂ ਪਹਿਲਾਂ ਵੀ ਸਿੱਧ ਹੈ, ਤੇ ਘੱਟ ਦੇ ਭਾਵ ਨਾਲ ਆਕਾਸ਼ ਦਾ ਭਾਵ ਨਹੀਂ ਹੁੰਦਾ, ਤਿਵੇਂ ਦੇਹ ਦੇ ਉਪਜਣ ਨਾਲ ਆਤਮਾ ਨਹੀਂ ਉਪਜਦਾ ਤੇ ਦੇਹ ਦੇ ਨਸ਼ਟ ਹੋਇਆ ਨਸ਼ਟ ਨਹੀਂ ਹੁੰਦਾ। ਕਿਉਂ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਇਹ ਦੇਹ ਔਰ ਆਤਮਾ ਦੀ ਗੱਲ, ਕਿ ਆਤਮਾ ਜੋ ਹੈ ਪਰਮਾਤਮਾ ਦੀ ਅੰਸ਼ ਹੈ, ਜੋ ਪਹਿਲੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਉਸ ਆਤਮਾ ਨੇ ਹੀ ਰਹਿਣਾ ਹੈ। ਇਹ ਜਿਹੜੀ ਦੇਹ ਸਾਨੂੰ ਮਿਲਦੀ ਹੈ, ਇਹ ਉਪਜੇ ਜਾਂ ਨਸ਼ਟ ਹੋਏ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਆਤਮਾ ਪਹਿਲੋਂ ਵੀ ਸੀ, ਹੁਣ ਵੀ, ਅੱਗੇ ਵੀ ਉਸਨੇ ਪਰਮਾਤਮਾ ਦੀ ਤਰ੍ਹਾਂ ਅਮਰ ਹੈ, ਉਸਨੇ ਹੀ ਰਹਿਣਾ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਦ ਅਜਿਹਾ ਵਿਵੇਕ ਪੈਦਾ ਹੁੰਦਾ ਹੈ ਤਦ ਵਾਸ਼ਨਾ ਜਾਲ ਨਸ਼ਟ ਹੋ ਜਾਂਦਾ ਹੈ ਤੇ ਸਭ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਵਿਵੇਕ, ਪਰਮਾਤਮਾ ਦੇ ਨਾਮ ਦਾ ਗਿਆਨ ਜਦੋਂ ਸਾਡੇ ਵਿੱਚ ਪੈਦਾ ਹੁੰਦਾ ਹੈ ਤੇ ਸਾਰੇ ਭਰਮ ਭੁਲੇਖੇ ਜਿਹੜੇ ਹਨ ਉਹ ਸਾਡੇ ਦੂਰ ਹੋ ਜਾਂਦੇ ਹਨ ਤੇ ਇਹ ਜਿਹੜਾ ਸੰਸਾਰ ਰੂਪੀ ਹਨੇਰਾ ਹੈ ਇਹ ਵੀ ਦੂਰ ਹੋ ਜਾਂਦਾ ਹੈ। ਜੋ ਪੁਰਸ਼ ਇਸ ਤਰ੍ਹਾਂ ਸਮਝਦਾ ਹੈ ਕਿ ਸੰਸਾਰ ਪਰਮ ਮਿਥਿਆ ਹੀ ਉਦੇ ਹੋਇਆ ਹੈ ਤੇ ਬੜੀ ਵਿਪਤਾ ਦਾ ਕਾਰਨ ਹੈ, ਦੇਹ ਅਨਾਤਮ ਰੂਪ ਹੈ, ਆਤਮਾ ਤੋਂ ਹੀ ਸੰਸਾਰ ਵੱਖ ਨਹੀਂ, ਸਭ ਆਤਮ ਸਤਾ ਕਰਕੇ ਵਿਆਪਕ ਹੈ, ਉਹੀ ਪਦਾਰਥ ਦੇਖਦਾ ਹੈ। ਸਭ ਚੇਤਨ ਸਤਾ ਹੈ, ਮੈਂ ਪਾਰ ਬ੍ਰਹਮ ਰੂਪ ਹਾਂ ਤੇ ਦੇਸ਼ ਕਾਲ ਵਸਤੂ ਦੇ ਭਾਗ ਤੋਂ ਰਹਿਤ ਹਾਂ ਤੇ ਆਦਿ ਵਿਆਦੀ ਭੈ ਖੇਤ ਜ਼ਰਾ ਮਰਨ ਆਦਿਕ ਸਿਹਤ ਮੈਂ ਨਹੀਂ। ਜੋ ਇਸ ਤਰ੍ਹਾਂ ਦੇਖਦਾ ਹੈ ਉਹੀ ਪਦਾਰਥ ਦੇਖਦਾ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਵਾਲ ਦੇ ਅਗਲੇ ਹਿੱਸੇ ਦੇ ਲੱਖ ਭਾਗ ਕਰੀਏ ਤੇ ਫਿਰ ਇੱਕ ਭਾਗ ਦੇ ਕਰੋੜ ਭਾਗ ਕਰੀਏ, ਅਜਿਹਾ ਸੂਖਸ਼ਮ ਸਰਵ ਵਿਆਪਕ ਉਹ ਪਰਮਾਤਮਾ ਹੈ। ਜੋ ਇਸ ਤਰ੍ਹਾਂ ਦੇਖਦਾ ਹੈ ਉਹੀ ਯਥਾਰਥ ਭਾਵ ਸੱਚ ਦੇਖਦਾ ਹੈ। ਜੋ ਗਿਆਨੀ ਜੀਵ ਹਨ, ਜਿਨ੍ਹਾਂ ਨੇ ਪਰਮਾਤਮਾ ਦੀ ਪਹਿਚਾਨ ਕਰਕੇ ਉਸ ਪਰਮਾਤਮਾ ਨੂੰ, ਉਸ ਆਪਣੀ ਆਤਮਾ ਦੀ ਪਹਿਚਾਨ ਕਰਕੇ ਪਰਮਾਤਮਾ ਦੇ ਨਾਲ ਜੁੜਿਆ ਹੈ, ਉਹਨਾਂ ਦੀ ਸੋਚ ਕੀ ਹੈ? ਮੈਂ ਸਰਵ ਸ਼ਕਤੀਮਾਨ
ਬੇਅੰਤ ਆਤਮਾ ਹਾਂ, ਸਾਰੇ ਪਦਾਰਥਾਂ ਵਿੱਚ ਮੌਜੂਦ ਹਾਂ ਤੇ ਅਦਵੈਤ ਆਤਮਾ ਹੈ। ਇਸ ਤਰ੍ਹਾਂ ਜੋ ਦੇਖਦਾ ਹੈ ਉਹ ਸੱਚ ਦੇਖਦਾ ਹੈ। ਹੇਠਾਂ ਉੱਪਰ ਵਿਚਕਾਰ ਤੇ ਸਾਰਿਆਂ ਵਿੱਚ ਮੈਂ ਮੌਜੂਦ ਹਾਂ। ਮੇਰੇ ਤੋਂ ਵੱਖ ਦੂਜਾ ਕੋਈ ਨਹੀਂ। ਇਸ ਤਰ੍ਹਾਂ ਜੋ ਦੇਖਦਾ ਹੈ ਉਹ ਸੱਚ ਦੇਖਦਾ ਹੈ। ਜਿਵੇਂ ਧਾਗੇ ਵਿੱਚ ਮਾਲਾ ਦੇ ਦਾਣੇ ਪਰੋਏ ਹੁੰਦੇ ਹਨ, ਤਿਵੇਂ ਹੀ ਸਾਰੇ ਮੇਰੇ ਵਿੱਚ ਪਰੋਏ ਹੋਏ ਹਨ। ਜੋ ਇਸ ਤਰ੍ਹਾਂ ਦੇਖਦਾ ਹੈ ਉਹ ਸੱਚ ਦੀ ਨਜ਼ਰ ਦੇ ਨਾਲ ਦੇਖਦਾ ਹੈ। ਗਿਆਨੀ ਪੁਰਸ਼ਾਂ ਦੀ ਸੋਚ ਹੈ, ਨਾ ਮੈਂ ਹਾਂ ਨਾ ਇਹ ਸੰਸਾਰ ਹੈ, ਸਿਰਫ ਬ੍ਰਹਮ ਸਤਾ ਬ੍ਰਹਮ ਸ਼ਕਤੀ ਹੀ ਵਿਆਪਕ ਹੈ। ਸਤ ਅਸਤ ਦੇ ਵਿਚਕਾਰ ਜੋ ਇੱਕ ਦੇਵ ਪ੍ਰਕਾਸ਼ਕ ਹੈ ਤੇ ਤਿੰਨਾਂ ਲੋਕਾਂ ਵਿੱਚ ਜੋ ਇੱਕ ਹੈ, ਮੈਂ ਇੱਕ ਵਿਨਾਸ਼ੀ ਪੁਰਸ਼ ਹਾਂ। ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਹਨ, ਉਸ ਵਿੱਚ ਹੀ ਲੀਨ ਹੋ ਜਾਂਦੀਆਂ ਹਨ, ਤਿਵੇਂ ਹੀ ਮੇਰੇ ਵਿੱਚ ਸੰਸਾਰ ਉੱਠਦੇ ਨੇ, ਲੀਨ ਹੁੰਦੇ ਨੇ। ਜਦ ਪਹਿਲਾਂ ਅਹਮ ਭਾਵ ਅਹੰਕਾਰ ਹੈ, ਤਦ ਇਹ ਦ੍ਰਿਸ਼ ਜਗਤ ਹੁੰਦਾ ਹੈ। ਇਹ ਸਾਡੇ ਅਹੰਕਾਰ ਦਾ ਕਰਕੇ ਇਹ ਜੋ ਸੰਸਾਰ ਅਸੀਂ ਦੇਖਦੇ ਹਾਂ ਉਸ ਨੂੰ ਦੇਖਦੇ ਹਾਂ। ਸੋ ਗਿਆਨੀ ਪੁਰਸ਼ ਦੀ ਜੋ ਸੋਚ ਹੈ, ਸੋ ਨਾ ਮੈਂ ਹਾਂ ਨਾ ਜਗਤ ਹੈ, ਸਿਰਫ ਇੱਕ ਆਤਮ ਸਤਾ ਹੈ। ਦ੍ਰਿਸ਼ ਤੋਂ ਰਹਿਤ ਮੈਂ ਚੇਤਨ ਰਹਿਤ ਭਾਵ ਅਪਾਰ ਸ਼ਕਤੀ ਹਾਂ ਤੇ ਮੈਂ ਹੀ ਜਗਤ ਕਾਲ ਨੂੰ ਪੂਰਨ ਕਰ ਰਿਹਾ ਹਾਂ। ਜੋ ਪੁਰਸ਼ ਗਿਆਨੀ ਹੈ ਉਹ ਸੁੱਖ ਦੁੱਖ ਦੇ ਭਾਵ ਅਭਾਵ ਵਿੱਚ ਲਾਇਮਾਨ ਨਹੀਂ ਹੁੰਦੇ, ਉਹ ਸਿਰਫ ਬ੍ਰਹਮ ਰੂਪ ਵਿੱਚ ਲੀਨ ਹੁੰਦੇ ਹਨ। ਜੋ ਮੂਰਖ ਬੁੱਧੀ ਤੋਂ ਰਹਿਤ ਆਕਾਸ਼ ਵਾਂਗ ਸਰਵੋਤਮ ਭਾਵ ਵਿੱਚ ਨਹੀਂ ਟਿਕਿਆ ਹੋਇਆ, ਉਸ ਨੂੰ ਇਸ ਸੰਸਾਰ ਦਾ ਕੋਈ ਪਦਾਰਥ ਆਪਣੇ ਵੱਸ ਨਹੀਂ ਕਰ ਸਕਦਾ। ਉਹ ਆਤਮਾ ਪੁਰਸ਼ ਮਹੇਸ਼ਵਰ ਹਨੇਰੇ ਚਾਨਣ ਤੋਂ ਰਹਿਤ ਸਾਰੇ ਖਿਆਲਾਂ ਤੋਂ ਰਹਿਤ ਸਮ ਤੇ ਨਿਰਮਲ ਰੂਪ ਹੈ ਤੇ ਉਹਦੇ ਅਸ ਤੋਂ ਰਹਿਤ ਸਮਦਰਸ਼ੀ ਹੈ। ਜੋ ਅਜਿਹੀ ਪਰਮ ਬੋਧ ਬੇਅੰਤ ਸਤਾ ਵਿੱਚ ਸਥਿਤ ਹੈ, ਉਸ ਨੂੰ ਮੇਰਾ ਨਮਸਕਾਰ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਸਾਨੂੰ ਫਰਕ ਦੱਸਿਆ ਹੈ ਇੱਕ ਗਿਆਨੀ ਜੀਵ ਦੇ ਵਿੱਚ ਤੇ ਉਹ ਜੀਵਾਂ ਵਿੱਚ ਜਿਹੜੇ ਅਗਿਆਨਤਾ ਦੇ ਨਾਲ ਭਰੇ ਹੋਏ ਹਨ। ਜਿਹੜੇ ਅਗਿਆਨੀ ਜੀਵ ਹਨ ਉਹ ਸੰਸਾਰ ਦੇ ਨਾਲ ਬੱਝੇ ਹੋਏ ਹਨ, ਪਰ ਜਿਹੜੇ ਗਿਆਨੀ ਜੀਵ ਹਨ, ਵਿਵੇਕੀ ਜੀਵ ਹਨ, ਉਹ ਆਪਣੀ ਆਤਮਾ ਦੇ ਨਾਲ ਜੁੜੇ ਹੋਏ ਹਨ ਔਰ ਆਤਮਾ ਦੇ ਨਾਲ ਜੁੜ ਕੇ ਉਹ ਪਰਮਾਤਮਾ ਦੇ ਨਾਲ ਜੁੜਦੇ ਹਨ। ਹਾਂਜੀ ਗਿਆਨ ਪ੍ਰਸਾਦ ਸਿੰਘ ਜੀ, ਤੁਸੀਂ ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ, ਜਿਸ ਪੁਰਸ਼ ਨੇ ਉਤਮ ਪਦ ਦਾ ਆਸਰਾ ਲਿਆ ਹੈ ਉਹ ਜੀਵਨ ਮੁਕਤ ਪੁਰਸ਼ ਹੈ। ਉਹ ਸਰੀਰ ਰੂਪੀ ਨਗਰ ਵਿੱਚ ਰਾਜ ਕਰਦਾ ਹੈ ਤੇ ਲਿਪਤ ਨਹੀਂ ਹੁੰਦਾ। ਉਸ ਨੂੰ ਭੋਗ ਤੇ ਮੋਕਸ਼ ਦੋਹੇ ਸਿੱਧ ਹੁੰਦੇ ਹਨ। ਜਿਵੇਂ ਇੰਦਰ ਦਾ ਜੰਗਲ ਸੁਖ ਰੂਪ ਹੈ, ਤਿਵੇਂ ਹੀ ਉਸ ਦਾ ਸਰੀਰ ਰੂਪੀ ਨਗਰ ਸੁਖ ਰੂਪ ਹੁੰਦਾ ਹੈ। ਸਰੀਰ ਦੇ ਸੁਖ ਕਰਕੇ ਉਹ ਸੁਖੀ ਨਹੀਂ ਹੁੰਦਾ ਤੇ ਦੁੱਖ ਕਰਕੇ ਉਹ ਦੁਖੀ ਨਹੀਂ ਹੁੰਦਾ। ਉਹ ਸਦਾ ਆਪਣੇ ਸਰੂਪ ਵਿੱਚ ਟਿਕਿਆ ਰਹਿੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਸਰੀਰ ਰੂਪੀ ਨਗਰ ਤੇ ਇਸ ਦੇ ਸੁਖ ਦੁੱਖ ਬਾਰੇ ਸਮਝਾਉਂਦੇ ਹਨ। ਆਪਣੀ ਬਾਣੀ ਵਿੱਚ ਲਿਖਦੇ ਹਨ ਕਿ ਗਿਆਨੀ ਪੁਰਸ਼ ਦਾ ਸਰੀਰ ਰੂਪੀ ਨਗਰ ਬਹੁਤ ਸੋਹਣਾ ਹੁੰਦਾ ਹੈ। ਇਹ ਸਰਬ ਗੁਣਾਂ ਵਾਲੇ ਗਿਆਨੀਆਂ ਨੂੰ ਬੇਅੰਤ ਵਿਲਾਸ ਵਿਖਾਉਂਦਾ ਹੈ। ਜਿਵੇਂ ਸੂਰਜ ਪ੍ਰਕਾਸ਼ ਨੂੰ ਉਦੇ ਕਰਦਾ ਹੈ, ਉਸ ਸਰੀਰ ਰੂਪੀ ਨਗਰ ਵਿੱਚ ਗੰਢਾਂ ਇੱਟਾਂ ਹਨ, ਲਹੂ ਤੇ ਮਾਸ ਗਾਰਾ ਹੈ, ਹੱਡੀਆਂ ਥੰਮ ਹਨ, ਕਿਵਾੜ ਪੱਟ ਹਨ, ਰੋਮ ਬਨਸਪਤੀ ਹੈ, ਪੇਟ ਟੋਏ ਹਨ, ਛਾਤੀ ਚਾਕ ਹੈ ਤੇ ਇਸ ਦੇ 2 ਦੁਆਰ ਹਨ ਤੇ ਅੱਖਾਂ ਝਰੋਖੇ ਹਨ। ਇਹਨਾਂ ਦੁਆਰਾਂ ਤੋਂ
ਤ੍ਰਿਲੋਕੀ ਦਾ ਪ੍ਰਕਾਸ਼ ਹੁੰਦਾ ਹੈ। ਇਸ ਸਰੀਰ ਰੂਪੀ ਨਗਰ ਦੇ ਹੱਥ ਦੇਣ ਲੈਣ ਦਾ ਸਾਧਨ ਹਨ। ਮੂੰਹ ਵੱਡੀ ਗੁਫਾ ਹੈ, ਜੀਭ ਤੇ ਸਿਰ ਵੱਡੇ ਮੰਦਰ ਹਨ ਤੇ ਲੀਕਾਂ ਮਾਲਾ ਹਨ ਜੋ ਵੱਖ-ਵੱਖ ਨਾੜੀ ਵਿਭਾਗ ਦੇ ਅਸਥਾਨ ਹਨ। ਇੱਥੇ ਪ੍ਰਾਣ ਵਾਯੂ ਕਰਕੇ ਨਾੜੀ ਵਿੱਚ ਜੀਵ ਵਿਚਰਦੇ ਹਨ। ਚਿੰਤਾਮਣੀ ਰੂਪੀ ਆਤਮਾ ਵਿੱਚ ਸ੍ਰੇਸ਼ਟ ਬੁੱਧੀ ਰੂਪੀ ਇਸਤਰੀ ਰਹਿੰਦੀ ਹੈ, ਜਿਸ ਨੇ ਇੰਦਰੀਆਂ ਰੂਪੀ ਬਾਂਦਰ ਬੰਨ ਰੱਖੇ ਹਨ, ਜਿਸ ਦੇ ਹਾਸੇ ਵਿੱਚ ਮਹਾ ਸੁੰਦਰ ਫੁੱਲ ਹਨ। ਅਜਿਹਾ ਸਰੀਰ ਰੂਪੀ ਨਗਰ ਗਿਆਨੀ ਲਈ ਸੁਖ ਤੇ ਸੁੰਦਰ ਰੂਪ ਹੈ। ਉਸ ਸਰੀਰ ਦੇ ਸੁਖ ਦੁੱਖ ਨਾਲ ਗਿਆਨੀ ਪੁਰਸ਼ ਸੁਖੀ ਦੁਖੀ ਨਹੀਂ ਹੁੰਦਾ। ਕਰਤਾਰ ਚੰਦ ਜੀ, ਭਗਵਾਨ ਵਾਲਮੀਕ ਜੀ ਇਹ ਗਿਆਨੀਆਂ ਬਾਰੇ ਉਪਦੇਸ਼ ਕੀਤਾ ਹੈ। ਇਸ ਤੋਂ ਅੱਗੇ ਗੁਰੂ ਜੀ ਹੋਰ ਕੀ ਸਮਝਾਉਂਦੇ ਹਨ? ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਲਈ ਆਪਣੀ ਬਾਣੀ ਅੰਦਰ ਖੁਦ ਦਰਜ ਕਰਦੇ ਹਨ ਕਿ ਇਹ ਜੋ ਸਾਡਾ ਸਰੀਰ ਹੈ, ਇਸ ਨੂੰ ਗਿਆਨੀ ਪੁਰਸ਼ ਤੇ ਅਗਿਆਨੀ ਪੁਰਸ਼ ਕਿਸ ਤਰ੍ਹਾਂ ਮੰਨਦੇ ਹਨ। ਇਹ ਗੱਲ ਸਾਨੂੰ ਭਗਵਾਨ ਵਾਲਮੀਕ ਜੀ ਸਮਝਾਉਣ ਲਈ ਆਪਣੀ ਬਾਣੀ ਅੰਦਰ ਲਿਖਦੇ ਹਨ ਕਿ ਜੋ ਅਗਿਆਨੀ ਪੁਰਸ਼ ਹਨ, ਉਹਨਾਂ ਨੂੰ ਸਰੀਰ ਰੂਪੀ ਨਗਰ ਬੇਅੰਤ ਦੁੱਖਾਂ ਦਾ ਭੰਡਾਰ ਲੱਗਦਾ ਹੈ, ਕਿਉਂਕਿ ਆਪਣੇ ਅਗਿਆਨ ਕਰਕੇ ਉਸ ਸਰੀਰ ਦੇ ਨਸ਼ਟ ਹੋਇਆਂ ਆਪਣੇ ਆਪ ਨੂੰ ਨਸ਼ਟ ਹੋਇਆ ਮੰਨਦੇ ਹਨ ਤੇ ਗਿਆਨੀ ਲੋਕ ਇਸ ਦੇ ਨਾਸ਼ ਹੋਣ ਨਾਲ ਆਪਣਾ ਨਾਸ਼ ਨਹੀਂ ਮੰਨਦੇ। ਉਹ ਜਦ ਤੱਕ ਰਹਿੰਦੇ ਹਨ ਤਦ ਤੱਕ ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹਨਾਂ ਨੂੰ ਗ੍ਰਹਿਣ ਕਰਦੇ ਹਨ। ਉਹ ਇਸ਼ਟ ਰੂਪ ਹੁੰਦੇ ਹਨ ਤੇ ਸਰੀਰ ਰੂਪੀ ਨਗਰ ਵਿੱਚ ਭਰਮ ਤੋਂ ਰਹਿਤ ਨਿਰਵਿਘਨ ਰਾਜ ਕਰਦੇ ਹਨ। ਉਹ ਲੋਭ ਤੋਂ ਰਹਿਤ ਹਨ ਤੇ ਇਸ ਕਰਕੇ ਉਹਨਾਂ ਦਾ ਕੋਈ ਵੈਰੀ ਨਹੀਂ ਹੁੰਦਾ। ਉਹ ਕਿਸੇ ਵੀ ਵਿਕਾਰ ਨੂੰ ਆਪਣੇ ਸਰੀਰ ਰੂਪੀ ਨਗਰ ਵਿੱਚ ਵੜਨ ਨਹੀਂ ਦਿੰਦੇ। ਉਹਨਾਂ ਦੇ ਇਸ ਸਰੀਰ ਰੂਪੀ ਨਗਰ ਵਿੱਚ ਉਦਾਰਤਾ, ਧੀਰਜ, ਸੰਤੋਖ, ਵਿਰਾਗ, ਸਮਤਾ, ਮਿੱਤਰਤਾ ਤੇ ਖੁਸ਼ੀ ਦੀ ਬੇਪਰਵਾਹੀ ਹੁੰਦੀ ਹੈ। ਉਹਨਾਂ ਵਿੱਚ ਅਗਿਆਨ ਪ੍ਰਵੇਸ਼ ਨਹੀਂ ਕਰ ਸਕਦਾ। ਉਹ ਧਿਆਨ ਰੂਪੀ ਨਗਰ ਵਿੱਚ ਰਹਿੰਦੇ ਹੋਏ ਸਚਾਈ ਤੇ ਏਕਤਾ ਦੋ ਇਸਤਰੀਆਂ ਨੂੰ ਸਦਾ ਆਪਣੇ ਨਾਲ ਰੱਖਦੇ ਹਨ ਤੇ ਸਦਾ ਸੁਭਾਇਮਾਨ ਰਹਿੰਦੇ ਹਨ। ਜਿਵੇਂ ਚੰਦਰਮਾ ਚਿਤਰਾ ਤੇ ਵਿਸ਼ਾਖਾ ਤੋਂ ਦੋਹਾਂ ਇਸਤਰੀਆਂ ਨਾਲ ਸੋਭਦਾ ਹੈ, ਤਿਵੇਂ ਹੀ ਗਿਆਨੀ ਪੁਰਸ਼ ਸਚਾਈ ਤੇ ਏਕਤਾ ਨਾਲ ਸੋਭਦੇ ਹਨ। ਉਹ ਮਨ ਰੂਪੀ ਘੋੜੇ ਤੇ ਚੜ੍ਹ ਕੇ ਵਿਕਾਰ ਰੂਪੀ ਲਗਾਮ ਉਸ ਨੂੰ ਪਾ ਕੇ ਜੀਵ ਬ੍ਰਹਮ ਦੀ ਏਕਤਾ ਰੂਪੀ ਸੰਗਮ ਤੀਰਥ ਤੇ ਇਸ਼ਨਾਨ ਕਰਨ ਜਾਂਦਾ ਹੈ, ਜਿਸ ਤੋਂ ਉਹ ਸਦਾ ਆਨੰਦ ਮਾਣਦਾ ਰਹਿੰਦਾ ਹੈ। ਉਹ ਭੋਗ ਤੇ ਮੋਕਸ਼ ਨਾਲ ਸਦਾ ਸੰਪੰਨ ਰਹਿੰਦਾ ਹੈ। ਜਿਵੇਂ ਇੰਦਰ ਆਪਣੇ ਨਗਰ ਵਿੱਚ ਸੋਭਦਾ ਹੈ, ਤਿਵੇਂ ਹੀ ਗਿਆਨੀ ਪੁਰਸ਼ ਆਪਣੀ ਦੇਹ ਵਿੱਚ ਸੋਭਦਾ ਹੈ। ਜਿਵੇਂ ਘੜੇ ਦੇ ਫੁੱਟਣ ਨਾਲ ਆਕਾਸ਼ ਵਿੱਚ ਸੁੰਨਤਾ ਨਹੀਂ ਹੁੰਦੀ, ਤਿਵੇਂ ਹੀ ਦੇਸ਼ ਦੇ ਨਾਸ਼ ਨਾਲ ਗਿਆਨੀ ਨੂੰ ਕੁਝ ਫਰਕ ਨਹੀਂ ਪੈਂਦਾ। ਉਹ ਜਿਉਂਦਾ ਤਿਉਂ ਰਹਿੰਦਾ ਹੈ। ਜੇਕਰ ਉਹਦੇ ਦੇਹ ਹੁੰਦੀ ਹੈ ਤਾਂ ਇਸ ਨੂੰ ਨਹੀਂ ਛੂੰਹਦਾ। ਜਦ ਉਹ ਗਿਆਨ ਰੂਪੀ ਵਿਮਾਨ ਤੇ ਚੜ੍ਹ ਕੇ ਸਰੀਰ ਰੂਪੀ ਨਗਰ ਵਿੱਚ ਵਿਚਰਦਾ ਹੈ, ਤਦ ਮਿੱਤਰਤਾ ਰੂਪੀ ਅੱਖਾਂ ਨਾਲ ਸਭ ਕੁਝ ਦੇਖਦਾ ਹੈ। ਮਿੱਤਰਤਾ ਭਾਵ ਵਿੱਚ ਸਦਾ ਰਹਿੰਦਾ ਹੈ। ਸਚਾਈ ਤੇ ਏਕਤਾ ਉਸ ਦੇ ਕੋਲ ਸਦਾ ਹੀ ਰਹਿੰਦੀ ਹੈ ਅਤੇ ਉਸ ਨਾਲ ਇਹ ਸਾਰੇ ਗੁਣਾਂ ਨਾਲ ਉਹ ਸੋਭਦਾ ਹੈ ਅਤੇ ਸਦਾ ਆਨੰਦ ਨਾਲ ਵਿਚਰਦਾ ਹੈ। ਉਹ ਜੀਵਾਂ ਨੂੰ ਦੁੱਖ ਰੂਪੀ ਆਰੇ ਨਾਲ ਨਹੀਂ ਕੱਟਦਾ ਵੇਖਦਾ। ਜਿਵੇਂ ਕੋਈ ਪਹਾੜ ਤੇ ਚੜ੍ਹ ਕੇ ਧਰਤੀ ਤੇ ਲੋਕਾਂ ਨੂੰ ਸੜਦਾ ਦੇਖੇ
ਤੇ ਆਪ ਆਨੰਦ ਵਾਲਾ ਹੋਵੇ, ਤਿਵੇਂ ਉਹ ਅਗਿਆਨੀ ਜੀਵਾਂ ਨੂੰ ਦੁਖੀ ਦੇਖਦਾ ਹੈ ਤੇ ਆਪ ਪ੍ਰਸੰਨ ਹੁੰਦਾ ਹੈ। ਉਸ ਦੀ ਨਜ਼ਰ ਵਿੱਚ ਤਾਂ ਸਦਾ ਦਵੈਤ ਰੂਪ ਹੈ ਤੇ ਆਤਮ ਆਨੰਦ ਦੀ ਬਜਾਏ ਅਨਾਤਮ ਧਰਮ ਨੂੰ ਦੁਖੀ ਦੇਖਦਾ ਹੈ। ਉਸ ਦੇ ਨਿਸ਼ਚੇ ਵਿੱਚ ਜਗਤ ਕੋਈ ਚੀਜ਼ ਨਹੀਂ ਹੈ ਤੇ ਚਾਰ ਪ੍ਰਯੋਜਨ ਧਰਮ, ਅਰਥ, ਕਾਮ ਤੇ ਮੋਕਸ਼ ਦੀ ਪੂਰਨਤਾ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਹੋਰ ਤੋਂ ਉਸ ਨੂੰ ਕਮੀ ਨਹੀਂ, ਉਹ ਸਰਬ ਸਮਤਾ ਸੰਪੰਨ ਬਿਰਾਜਮਾਨ ਰਹਿੰਦਾ ਹੈ। ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਕਮੀ ਤੋਂ ਰਹਿਤ ਵਿਰਾਜਦਾ ਹੈ, ਤਿਵੇਂ ਹੀ ਗਿਆਨੀ ਪੁਰਸ਼ ਭੋਗਾਂ ਨੂੰ ਭੋਗਦਾ ਹੋਇਆ ਇਸ ਸੰਸਾਰ ਦੇ ਵਿੱਚ ਕੋਈ ਦੁਖਦਾਈ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦਾ। ਜਿਵੇਂ ਕਾਲਕੂਟ ਬਿਖ ਭਾਵ ਜ਼ਹਿਰ ਨੂੰ ਸਦਾ ਸ਼ਿਵ ਨੇ ਪੀਤਾ ਸੀ ਤੇ ਉਸ ਨੇ ਦੁੱਖ ਮਹਿਸੂਸ ਨਹੀਂ ਕੀਤਾ ਸੀ, ਤਿਵੇਂ ਹੀ ਗਿਆਨੀ ਪੁਰਸ਼ ਇਸ ਤਰ੍ਹਾਂ ਦੁੱਖ ਨੂੰ ਮਹਿਸੂਸ ਨਹੀਂ ਕਰਦਾ। ਜਿਵੇਂ ਚੋਰ ਨੂੰ ਜਾਣ ਕੇ ਮਿੱਤਰਤਾ ਭਾਵ ਆ ਜਾਂਦਾ ਹੈ, ਤਿਵੇਂ ਹੀ ਭੋਗ ਗਿਆਨੀ ਪੁਰਸ਼ ਨੂੰ ਦੁੱਖ ਨਹੀਂ ਦਿੰਦੇ। ਜਦ ਜੀਵ ਭੋਗਾਂ ਨੂੰ ਜਾਣਦਾ ਹੈ ਤਾਂ ਇਹ ਕੁਝ ਵਸਤੂ ਨਹੀਂ ਹਨ ਤੇ ਤਦ ਉਹ ਸੁੱਖ ਦੇ ਕਾਰਨ ਹੁੰਦੇ ਹਨ। ਜਦ ਤੱਕ ਇਹਨਾਂ ਨੂੰ ਸੱਚ ਜਾਣ ਕੇ ਲੀਨ ਨਹੀਂ ਕਰਦਾ ਤਦ ਤੱਕ ਦੁੱਖ ਦੇ ਇਹ ਕਾਰਨ ਬਣਦੇ ਹਨ। ਹਾਂਜੀ। ਗੁਰੂ ਪਿਆਰੇ ਸਾਧ ਸੰਗਤ ਜੀ, ਅਸੀਂ ਬ੍ਰੇਕ ਵੱਲ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਫਿਰ ਆਪ ਦੇ ਨਾਲ ਬਾਣੀ ਦੇ ਵਿੱਚੋਂ ਵਿਚਾਰ ਸਾਂਝੇ ਕਰਾਂਗੇ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। वाल्मीकि जय वाल्मीकि जय वाल्मीकि जय वाल्मीकि। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਬ੍ਰੇਕ ਤੋਂ ਬਾਅਦ ਅਸੀਂ ਫਿਰ ਆਪ ਦੇ ਨਾਲ ਜੁੜ ਰਹੇ ਹਾਂ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਹਾਂਜੀ ਨਿਰਮਲ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਵਾਲਮੀਕ ਜੀ ਉਪਦੇਸ਼ ਕਰਦੇ ਹਨ, ਜਿਵੇਂ ਸਫ਼ਰ ਵਿੱਚ ਅਨੇਕਾਂ ਇਸਤਰੀਆਂ ਪੁਰਸ਼ ਮਿਲਦੇ ਹਨ ਤੇ ਆਪਸ ਵਿੱਚ ਇਕੱਠੇ ਬੈਠਦੇ ਹਨ ਤੇ ਚੱਲਦੇ ਫਿਰਦੇ ਹਨ, ਪਰ ਆਪਸ ਵਿੱਚ ਲਿਪਤ ਨਹੀਂ ਹੁੰਦੇ, ਅੱਗੇ ਪਿੱਛੇ ਚਲੇ ਜਾਂਦੇ ਹਨ। ਤਿਵੇਂ ਹੀ ਗਿਆਨੀ ਪੁਰਸ਼ ਸੰਸਾਰ ਦੇ ਪਦਾਰਥਾਂ ਵਿੱਚ ਚਿੱਤ ਨਹੀਂ ਲਾਉਂਦੇ। ਜਿਵੇਂ ਕੋਈ ਹਰਕਾਰਾ ਕਿਸੇ ਦੇਸ਼ ਵਿੱਚ ਜਾਂਦਾ ਹੈ ਤੇ ਰਾਹ ਵਿੱਚ ਕਈ ਸੋਹਣੇ ਅਸਥਾਨ ਨਜ਼ਰ ਆਉਂਦੇ ਹਨ ਤੇ ਕਈ ਮੈਲੇ ਕਸ਼ਟਦਾਇਕ ਅਸਥਾਨ ਨਜ਼ਰ ਆਉਂਦੇ ਹਨ, ਪਰ ਗਿਆਨੀ ਪੁਰਸ਼ ਕਿਸੇ ਨਾਲ ਪਿਆਰ ਨਫ਼ਰਤ ਨਹੀਂ ਕਰਦਾ, ਜਿਵੇਂ ਤਿਵੇਂ ਵੇਖਦਾ ਚਲਾ ਜਾਂਦਾ ਹੈ। ਤਿਵੇਂ ਹੀ ਗਿਆਨੀ ਭੋਗ ਕਿਰਿਆ ਵਿੱਚ ਮੋਹ ਨਫ਼ਰਤ ਕਰਕੇ ਬੰਧਨ ਵਿੱਚ ਨਹੀਂ ਪੈਂਦਾ। ਉਸ ਦੇ ਸਾਰੇ ਸ਼ੰਕੇ ਪੂਰਨ ਗਿਆਨ ਨਾਲ ਸ਼ਾਂਤ ਹੋ ਜਾਂਦੇ ਹਨ। ਕੋਈ ਅਚਰਜ ਪਦਾਰਥ ਉਸ ਨੂੰ ਨਹੀਂ ਦਿਸਦੇ। ਉਸ ਦੇ ਵਾਸ਼ਨਾ ਦੇ ਸਮੂਹ ਨਸ਼ਟ ਹੋ ਜਾਂਦੇ ਹਨ ਤੇ ਉਹ ਚੱਕਰਵਰਤੀ ਰਾਜੇ ਦੇ ਵਾਂਗ ਸੋਭਦਾ ਹੈ ਤੇ ਪ੍ਰਤੀਪੂਰਨ ਹੋ ਕੇ ਵਿਚਰਦਾ ਹੈ। ਜਿਵੇਂ ਖੀਰ ਸਮੁੰਦਰ ਆਪਣੇ ਆਪ ਵਿੱਚ ਪੂਰਨ ਨਹੀਂ ਸਮਾਉਂਦਾ, ਤਿਵੇਂ ਹੀ ਗਿਆਨੀ ਆਪਣੇ ਆਪ ਵਿੱਚ ਪੂਰਨ ਨਹੀਂ ਸਮਾਉਂਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਜੀ ਫਰਮਾਉਂਦੇ ਹਨ, ਇਹਨਾਂ ਜੀਵਾਂ ਨੂੰ ਭੋਗ ਦੀ ਇੱਛਾ ਹੀ ਦੀਨ ਕਰਦੀ ਹੈ, ਜਿਸ ਕਰਕੇ ਉਹ ਆਤਮ ਪਦ ਤੋਂ ਡਿੱਗਦੇ ਹਨ ਤੇ ਅਨਾਤਮ ਵਿੱਚ ਪ੍ਰਾਪਤ ਹੋ ਕੇ ਲਾਚਾਰ ਹੋ ਜਾਂਦੇ ਹਨ। ਜਿਵੇਂ ਕੋਈ ਮਾਲਕ ਹੋ ਕੇ ਇਸਤਰੀ ਦੇ ਵਸ ਹੋਵੇ ਤੇ ਇਸਤਰੀ ਮਾਲਕ ਹੋਵੇ ਤਾਂ ਉਸ ਨੂੰ ਵੇਖ ਕੇ ਲੋਕ ਹੱਸਦੇ ਹਨ। ਚੰਚਲ ਮਨ ਹੀ ਪਰਮ ਸਿਧਾਂਤ ਸੁਖ ਤੋਂ ਜੀਵਾਂ ਨੂੰ ਡੇਗਦਾ ਹੈ ਤੇ ਮਨੁੱਖ ਮਨ ਰੂਪੀ ਹਾਥੀ ਨੂੰ ਵਿਚਾਰ ਰੂਪੀ ਕੁੰਡੇ ਨਾਲ ਵਸ ਕਰੇ ਤਾਂ ਸਿੱਧ ਪਦ ਨੂੰ ਪ੍ਰਾਪਤ ਕਰ ਸਕਦਾ ਹੈ। ਜਿਸ ਦਾ ਮਨ ਵਿਸ਼ੇ ਵਿਕਾਰਾਂ ਨਾਲ ਵੱਲ ਦੌੜਦਾ ਹੈ, ਉਹ ਸੰਸਾਰ ਰੂਪੀ ਵਿਕ ਭਾਵ ਜ਼ਹਿਰ ਦਾ ਬੀਜ
ਹੁੰਦਾ ਹੈ। ਇਸ ਲਈ ਮਨ ਨੂੰ ਵਸ ਕਰਨ ਤੇ ਸ਼ਾਂਤੀ ਦੀ ਪ੍ਰਾਪਤੀ ਹੋ ਸਕਦੀ ਹੈ। ਜੋ ਮਾਣੀ ਪੁਰਸ਼ ਹੁੰਦਾ ਹੈ, ਕੋਈ ਉਸ ਦਾ ਮਾਣ ਕਰਦਾ ਹੈ ਤਾਂ ਉਹ ਉਪਕਾਰ ਕੁਝ ਨਹੀਂ ਮੰਨਦਾ, ਪਰ ਜਦ ਪਹਿਲਾਂ ਉਸ ਨੂੰ ਝਿੜਕ ਕੇ ਥੋੜੇ ਹੀ ਉਪਕਾਰ ਕੀਤੇ ਨਾਲ ਪ੍ਰਸੰਨ ਹੋ ਜਾਂਦਾ ਹੈ। ਜਿਵੇਂ ਅਨਾਜ ਪਾਣੀ ਨਾਲ ਪੂਰਨ ਹੁੰਦੇ ਹਨ, ਤਦ ਪਾਣੀ ਦੇ ਸਿੱਝਣ ਨਾਲ ਉਹਨਾਂ ਵਿੱਚ ਉਪਕਾਰ ਨਹੀਂ ਹੁੰਦਾ। ਜੋ ਜੇਠ ਹਾੜ ਦੀ ਧੁੱਪ ਨਾਲ ਤਪਦੇ ਹਨ, ਤਾਂ ਥੋੜਾ ਪਾਣੀ ਦੇ ਸਿੰਜਣ ਨਾਲ ਉਹਨਾਂ ਨੂੰ ਅੰਮ੍ਰਿਤ ਵਾਂਗ ਹੁੰਦਾ ਹੈ। ਇਸ ਤਰ੍ਹਾਂ ਜੇ ਪਹਿਲਾਂ ਮਨ ਦਾ ਸਨਮਾਨ ਕਰੋ ਤਾਂ ਮਿੱਤਰ ਭਾਵ ਨਹੀਂ ਹੁੰਦਾ, ਤੇ ਜੇ ਤਾੜਨਾ ਕਰਨ ਪਿੱਛੋਂ ਸਨਮਾਨ ਕਰੀਏ ਤਾਂ ਉਪਕਾਰ ਮੰਨ ਕੇ ਮਿੱਤਰ ਭਾਵ ਰੱਖੇਗਾ। ਤਾੜਨਾ ਕਰਨਾ ਵਿਸ਼ੇ ਤੋਂ ਸੰਜਮ ਕਰਨਾ ਹੈ। ਜਦ ਸੰਜਮ ਕਰਕੇ ਨਿਰਵਾਣ ਹੋਵੇ ਤਾਂ ਬੈਰ ਭਾਵ ਨੂੰ ਤਿਆਗ ਕੇ ਉਹ ਮਿੱਤਰ ਹੋ ਜਾਂਦਾ ਹੈ। ਜਿਵੇਂ ਵਰਖਾ ਕਾਲ ਵਿੱਚ ਨਹਿਰ ਪਾਣੀ ਨਾਲ ਪੂਰਨ ਹੁੰਦੀ ਹੈ, ਤਦ ਉਸ ਵਿੱਚ ਪਾਣੀ ਦਾ ਉਪਕਾਰ ਨਹੀਂ ਹੁੰਦਾ, ਪਰ ਸਰਦ ਕਾਲ ਵਿੱਚ ਪਾਣੀ ਦਾ ਉਪਕਾਰ ਹੁੰਦਾ ਹੈ। ਜਿਵੇਂ ਰਾਜਾ ਨੂੰ ਕਿਸੇ ਹੋਰ ਦੇਸ਼ ਦਾ ਰਾਜ ਪ੍ਰਾਪਤ ਹੋਵੇ ਤਾਂ ਉਹ ਕੁਝ ਪ੍ਰਸੰਨ ਨਹੀਂ ਹੁੰਦਾ, ਪਰ ਜੇ ਪਹਿਲਾਂ ਉਸ ਨੂੰ ਕੈਦਖਾਨੇ ਵਿੱਚ ਪਾਈਏ ਤੇ ਫਿਰ ਥੋੜੇ ਪਿੰਡ ਦੇ ਦਈਏ ਤਾਂ ਕੁਝ ਪ੍ਰਸੰਨ ਹੋ ਜਾਂਦਾ ਹੈ। ਤਿਵੇਂ ਹੀ ਜਦ ਪਹਿਲਾਂ ਮਨ ਨੂੰ ਝਿੜਕੋ ਤਦ ਥੋੜੇ ਸਨਮਾਨ ਨਾਲ ਸੁਖਦਾਈ ਹੁੰਦਾ ਹੈ। ਇਸ ਲਈ ਮਨੁੱਖ ਜੇ ਹੱਥ ਤੇ ਹੱਥ ਦਬਾ ਕੇ, ਦੰਦਾਂ ਤੋਂ ਦੰਦ ਮਿਲਾ ਕੇ ਤੇ ਅੰਗਾਂ ਨਾਲ ਅੰਗ ਮਿਲਾ ਕੇ ਇੰਦਰੀਆਂ ਨੂੰ ਜਿੱਤ ਲਏ ਤਾਂ ਸੁਖੀ ਹੋ ਜਾਂਦਾ ਹੈ। ਮਨੁੱਖ ਦੇ ਹਿਰਦੇ ਵਿੱਚ ਮਨ ਰੂਪੀ ਸੰਖ ਕੁੰਡਲੀ ਮਾਰ ਕੇ ਬੈਠਾ ਹੈ ਤੇ ਕਲਪ ਰੂਪ ਜ਼ਹਿਰ ਨਾਲ ਭਰਿਆ ਹੈ। ਇਹਨਾਂ ਗਿਆਨ ਰੂਪੀ ਪੁਰਸ਼ਾਂ ਨੇ ਮਨ ਰੂਪੀ ਸੱਪ ਦਾ ਨਾਸ਼ ਕੀਤਾ ਹੈ ਤਾਂ ਉਹਨਾਂ ਨੂੰ ਮੇਰਾ ਨਮਸਕਾਰ ਹੈ। ਕਲਿਆਣ ਜੀ, ਅਗਿਆਨੀ ਜੀਵ ਆਪਣੇ ਗਿਆਨ ਇੰਦਰੀਆਂ ਬਾਰੇ ਤੁਸੀਂ ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਸੰਗਤਾਂ ਨੂੰ ਇਸੇ ਕਿਸੇ ਵਿਸ਼ੇ ਬਾਰੇ ਹੋਰ ਕੀ ਕਹਿਣਾ ਚਾਹੋਗੇ? ਹਾਂਜੀ, ਗੁਰੂ ਪਿਆਰੇ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਅਗਿਆਨੀ ਜੀਵ ਮਹਾਨਰਕ ਨੂੰ ਪ੍ਰਾਪਤ ਹੁੰਦਾ ਹੈ। ਆਸ ਰੂਪੀ ਤੀਰ ਦੀ ਸੀਖ ਉਸ ਨੂੰ ਲੱਗਦੀ ਹੈ ਤੇ ਇੰਦਰੀਆਂ ਰੂਪੀ ਵੈਰੀ ਇਸ ਨੂੰ ਮਾਰਦੇ ਹਨ। ਇੰਦਰੀਆਂ ਬੜੀਆਂ ਦੁਸ਼ਟ ਤੇ ਆਸਾਨ ਫਰਾਮੋਸ਼ ਹਨ। ਜਿਸ ਦੇਹ ਦੇ ਆਸਰੇ ਰਹਿੰਦੀਆਂ ਹਨ ਉਸ ਨੂੰ ਸੋਗ ਤੇ ਇੱਛਾ ਨਾਲ ਪੂਰਨ ਕਰਦੀਆਂ ਹਨ। ਇਹ ਮਹਾਦੁਸ਼ਟ ਤੇ ਦੁਖਦਾਈ ਭੰਡਾਰ ਹਨ। ਇਹਨਾਂ ਨੂੰ ਤੁਸੀਂ ਜਿੱਤੋ। ਇੰਦਰੀਆਂ ਤੇ ਮਨ ਰੂਪੀ ਚੀਲ ਪੰਛੀ ਹਨ। ਜਦ ਇਹਨਾਂ ਨੂੰ ਵਿਸ਼ੇ ਭੋਗ ਨਹੀਂ ਹੁੰਦੇ ਤਦ ਉੱਪਰ ਨੂੰ ਉੱਡਦੇ ਹਨ, ਤੇ ਜਦ ਵਿਸ਼ੇ ਪ੍ਰਾਪਤ ਹੁੰਦੇ ਹਨ ਤਦ ਹੇਠਾਂ ਨੂੰ ਡਿੱਗਦੇ ਹਨ। ਜਿਸ ਪੁਰਸ਼ ਨੇ ਵਿਵੇਕ ਰੂਪੀ ਜਾਲ ਨਾਲ ਇਹਨਾਂ ਨੂੰ ਬੰਨ੍ਹਿਆ ਹੈ ਉਸ ਨੂੰ ਇਹ ਭੋਜਨ ਨਹੀਂ ਕਰ ਸਕਦੇ। ਜਿਵੇਂ ਪੱਥਰ ਦੇ ਕਮਲ ਨੂੰ ਹਾਥੀ ਭੋਜਨ ਨਹੀਂ ਕਰ ਸਕਦਾ। ਇਹ ਭੋਗ ਆਰਜ਼ੀ ਤੇ ਬੜੇ ਬੇਰਸ ਹਨ। ਜੋ ਪੁਰਸ਼ ਇਹਨਾਂ ਵਿੱਚ ਰਮਨ ਕਰਦਾ ਹੈ ਉਹ ਨਰਕ ਨੂੰ ਪ੍ਰਾਪਤ ਹੁੰਦਾ ਹੈ, ਤੇ ਜੋ ਪੁਰਸ਼ ਗਿਆਨ ਦੇ ਧਨ ਨਾਲ ਸੰਪੰਨ ਹੈ ਤੇ ਸਰੀਰ ਰੂਪੀ ਦੇਸ਼ ਵਿੱਚ ਰਹਿੰਦਾ ਹੈ ਉਹ ਪਰਮ ਸ਼ੋਭਾ ਮਾਣਦਾ ਹੈ, ਕਿਉਂਕਿ ਵੱਡੇ ਐਸ਼ਵਰਯ ਨਾਲ ਉਸਨੇ ਇੰਦਰੀਆਂ ਰੂਪੀ ਵੈਰੀ ਜਿੱਤੇ ਹਨ। ਸੋਨੇ ਦੇ ਮੰਦਰ ਵਿੱਚ ਰਹਿਣ ਦਾ ਇੰਨਾ ਸੁੱਖ ਨਹੀਂ ਮਿਲਦਾ ਜਿਵੇਂ ਦਾ ਵਾਸ਼ਨਾ ਤੋਂ ਰਹਿਤ ਗਿਆਨੀ ਜੀਵ ਨੂੰ ਹੁੰਦਾ ਹੈ। ਜਿਸ ਜੀਵ ਨੇ ਅਸਤ ਰੂਪੀ ਵੈਰੀ ਇੰਦਰੀਆਂ ਨੂੰ ਜਿੱਤਿਆ ਹੈ ਉਹ ਪਰਮ ਸ਼ੋਭਾ ਪ੍ਰਾਪਤ ਕਰਦਾ ਹੈ। ਜਿਵੇਂ ਹਿਮ ਰੁੱਤ ਨੂੰ ਜਿੱਤ ਕੇ ਬਸੰਤ ਰੁੱਤ ਵਿੱਚ ਹਰਿਆਲੀ ਹੀ ਹਰਿਆਲੀ ਸ਼ੋਭਦੀ ਹੈ। ਜਿਸ ਮਨੁੱਖ ਦੇ ਚਿੱਤ ਦਾ ਹੰਕਾਰ ਨਸ਼ਟ ਹੋਇਆ ਹੈ, ਜਿਸ ਨੇ ਇੰਦਰੀਆਂ ਰੂਪੀ ਵੈਰੀ ਜਿੱਤੇ ਹਨ, ਉਸ ਦੀ ਭੋਗ ਵਾਸਨਾ ਨਸ਼ਟ ਹੋ ਜਾਂਦੀ ਹੈ। ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਵਾਸ਼ਨਾ ਰੂਪੀ ਬੇਤਾਲ ਭੂਤ ਦੀ ਗੱਲ ਕਰਦੇ ਹੋਏ
ਸਾਨੂੰ ਸਮਝਾਉਂਦੇ ਹਨ ਕਿ ਵਾਸ਼ਨਾ ਰੂਪੀ ਬੇਤਾਲ ਰੂਪ ਤਦ ਤੱਕ ਵਿਚਰਦੇ ਹਨ ਜਦ ਤੱਕ ਇੱਕ ਤੱਤ ਦਾ ਦ੍ਰਿੜ ਅਭਿਆਸ ਕਰਕੇ ਮਨ ਨੂੰ ਨਹੀਂ ਜਿੱਤਦੇ। ਜਦ ਵਿਵੇਕ ਰੂਪੀ ਸੂਰਜ ਉਦੇ ਹੁੰਦਾ ਹੈ ਤਦ ਹਨੇਰਾ ਨਸ਼ਟ ਹੋ ਜਾਂਦਾ ਹੈ। ਜਦ ਵਿਵੇਕ ਨਾਲ ਮਨੁੱਖ ਮਨ ਨੂੰ ਕਾਬੂ ਕਰਦਾ ਹੈ ਤਦ ਇੰਦਰੀਆਂ ਵੀ ਟਹਿਲੂ ਹੋ ਜਾਂਦੀਆਂ ਹਨ। ਮਨ ਰੂਪੀ ਸਾਰੇ ਮਿੱਤਰ ਹੋ ਜਾਂਦੇ ਹਨ ਅਤੇ ਆਪ ਰਾਜਾ ਹੋ ਕੇ ਸਰੂਪ ਰਾਜ ਭੋਗਦਾ ਹੈ। ਵਿਵੇਕੀ ਪੁਰਸ਼ ਦੀਆਂ ਇੰਦਰੀਆਂ ਪ੍ਰਤੀਵਰਤਾ ਇਸਤਰੀ ਵਾਂਗ ਹੋ ਜਾਂਦੀਆਂ ਹਨ। ਮਨ ਮਾਂ ਵਾਂਗ ਪਾਲਣਾ ਕਰਨ ਵਾਲਾ ਹੋ ਜਾਂਦਾ ਹੈ। ਜਦ ਨਿਸ਼ਚੇ ਵਾਲਾ ਪੁਰਸ਼ ਸੱਚੇ ਸ਼ਾਸਤਰ ਨੂੰ ਵਿਚਾਰਦਾ ਹੈ ਤਦ ਪਰਮ ਸਿਧਾਂਤ ਨੂੰ ਪ੍ਰਾਪਤ ਹੁੰਦਾ ਹੈ ਤੇ ਮਨ ਆਪਣੇ ਮਨਨ ਭਾਵ ਨੂੰ ਤਿਆਗ ਕੇ ਸ਼ਾਂਤ ਰੂਪ ਪਿਤਾ ਵਾਂਗ ਪਾਲਣਹਾਰ ਹੋ ਜਾਂਦਾ ਹੈ। ਮਨ ਵਿਵੇਕ ਨਾਲ ਹੀ ਕਾਬੂ ਵਿੱਚ ਆਉਂਦਾ ਹੈ। ਮਨ ਰੂਪੀ ਮਣੀ ਨੂੰ ਆਤਮ ਵਿਚਾਰ ਸਿਲਾ ਨਾਲ ਕਸਾਓ, ਵਿਰਾਗ ਜਲ ਨਾਲ ਉਜਲ ਕਰੋ। ਅਭਿਆਸ ਰੂਪੀ ਛੇਕ ਕਰਕੇ ਵਿਵੇਕ ਰੂਪੀ ਧਾਗੇ ਨਾਲ ਪਰੋ ਕੇ ਗਲੇ ਵਿੱਚ ਪਾਓ ਤਾਂ ਸੋਭਾ ਪਾਓਗੇ। ਜਨਮ ਰੂਪ ਬ੍ਰਿਸ਼ ਵਿੱਚ ਪਾਓ। ਜਨਮ ਰੂਪ ਬ੍ਰਿਸ਼ ਨੂੰ ਵਿਵੇਕ ਰੂਪੀ ਕੁਹਾੜਾ ਕੱਟ ਸੁੱਟਦਾ ਹੈ ਤੇ ਮਨ ਰੂਪੀ ਵੈਰੀ ਨੂੰ ਵਿਵੇਕ ਰੂਪੀ ਮਿੱਤਰ ਵਸ ਕਰਦਾ ਹੈ ਤਾਂ ਪੁਰਸ਼ ਸਦਾ ਸਭ ਕਰਮ ਵਾਲਾ ਹੋ ਜਾਂਦਾ ਹੈ ਤੇ ਵਿਸ਼ੇ ਤੇ ਪਰਿਣਾਇਕ ਦੁੱਖ ਕਦੇ ਨੇੜੇ ਨਹੀਂ ਆਉਣ ਦਿੰਦੇ। ਇਸ ਲਈ ਮਨ ਨੂੰ ਵਸ ਕਰਨ ਵਾਲਾ ਆਨੰਦ ਦਾ ਕਾਰਨ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਇਸ ਵਿਸ਼ੇ ਨੂੰ ਸਮਝਾਉਂਦੇ ਹੋਏ ਸਾਨੂੰ ਉਪਦੇਸ਼ ਕਰਦੇ ਹਨ, ਜਦ ਤੱਕ ਮਨ ਵਸ ਨਹੀਂ ਹੁੰਦਾ ਤਦ ਤੱਕ ਦੁੱਖ ਦਿੰਦਾ ਹੈ, ਜਦ ਵਸ ਹੋ ਜਾਂਦਾ ਤਾਂ ਸੁਖਦਾਈ ਹੋ ਜਾਂਦਾ ਹੈ। ਮਨ ਰੂਪੀ ਮਣੀ ਭੋਗ ਦੀ ਤ੍ਰਿਸ਼ਨਾ ਨਾਲ ਕਲੰਕਿਤ ਹੋਈ ਹੈ। ਜਦ ਵਿਵੇਕ ਰੂਪੀ ਜਲ ਨਾਲ ਇਸ ਨੂੰ ਸ਼ੁੱਧ ਕਰੋ ਤਾਂ ਸੁਭਾਇਮਾਨ ਹੋ ਜਾਏਗੀ। ਇਹ ਸੰਸਾਰ ਮਹਾ ਪੈ ਦੇਣ ਵਾਲਾ ਹੈ। ਥੋੜੇ ਵਿਵੇਕ ਵਾਲੇ ਪੁਰਸ਼ ਵੀ ਮਾਇਆ ਰੂਪੀ ਸੰਸਾਰ ਵਿੱਚ ਡਿੱਗ ਪੈਂਦੇ ਹਨ। ਤੁਸੀਂ ਹੋਰਨਾਂ ਵਾਂਗ ਇਸ ਵਿੱਚ ਨਾ ਡਿੱਗੋ। ਇਹ ਸੰਸਾਰ ਮਾਇਆ ਰੂਪ ਹੈ ਤੇ ਅਨੇਕ ਅਰਥਾਂ ਵਿੱਚ ਇਹ ਇੱਕ ਜੰਜੀਰ ਵਾਂਗ ਮਾਇਆ ਮੋਹ ਕਰਕੇ ਅਤੇ ਮਾਇਆ ਦੀ ਧੁੰਦ ਕਰਕੇ ਜੀਵ ਅੰਨੇ ਹੋ ਗਏ ਹਨ। ਇਸ ਲਈ ਜੀਵ ਨੂੰ ਗਿਆਨ ਦਾ ਆਸਰਾ ਲੈ ਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਕਰਤਾਰ ਚੰਦ ਜੀ ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਤੁਸੀਂ ਇਸ ਵਿਸ਼ੇ ਤੇ ਬਾਣੀ ਵਿੱਚੋਂ ਸੰਗਤਾਂ ਨਾਲ ਇਸ ਤੋਂ ਅੱਗੇ ਸਾਂਝ ਪਾ ਸਕਦੇ ਹੋ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਵਾਸਨਾ ਦੇ ਵਿਸ਼ੇ ਤੇ ਸਾਨੂੰ ਉਪਦੇਸ਼ ਕਰ ਰਹੇ ਹਨ ਤੇ ਸਾਨੂੰ ਸਮਝਾਉਣ ਦੇ ਲਈ ਆਪਣੀ ਬਾਣੀ ਦੇ ਅੰਦਰ ਦਰਜ ਕਰਦੇ ਹਨ ਕਿ ਜੋ ਪੁਰਸ਼ ਵਾਸਨਾ ਦੀ ਰੱਸੀ ਨਾਲ ਬੰਨੇ ਹੋਏ ਹਨ ਤੇ ਪੇਟ ਦੇ ਕਾਰਜਾਂ ਦੇ ਵਸ ਹਨ, ਉਹ ਲੋਕ ਇਸ ਸੰਸਾਰ ਵਿੱਚ ਸੁਖੀ ਨਹੀਂ ਹਨ। ਤੇ ਜੋ ਬੁੱਧੀਮਾਨ ਪੁਰਸ਼ ਵਾਸਨਾ ਤੋਂ ਰਹਿਤ ਹਨ, ਉਹ ਸੁਖੀ ਤੇ ਆਜ਼ਾਦ ਹਨ। ਉਹ ਕਿਸੇ ਵੀ ਕੈਦ ਵਿੱਚ ਨਹੀਂ ਹਨ ਤੇ ਸ਼ੁਭ ਅਸ਼ੁਭ ਵਿੱਚ ਸਮਤਾ ਭਾਵ ਵਿੱਚ ਰਹਿੰਦੇ ਹਨ। ਅਜਿਹੇ ਪੁਰਸ਼ ਕਿਸੇ ਤੋਂ ਜਿੱਤੇ ਨਹੀਂ ਜਾ ਸਕਦੇ। ਜਿਨ੍ਹਾਂ ਦੇ ਹਿਰਦੇ ਵਿੱਚ ਵਾਸਨਾ ਹੈ ਉਹ ਰੱਸੀ ਨਾਲ ਬੰਨੇ ਹੋਏ ਮਹਿਸੂਸ ਕਰਦੇ ਹਨ ਤੇ ਜਿਨ੍ਹਾਂ ਨੂੰ ਦੇਹ ਅਭਿਮਾਨ ਹੈ ਉਹ ਭਾਵੇਂ ਸਾਰੇ ਸ਼ਸਤਰਾਂ ਦੇ ਜਾਣਨ ਵਾਲੇ ਹੋਣ ਤਾਂ ਵੀ ਇੱਕ ਬਾਲਕ ਉਹਨਾਂ ਨੂੰ ਜਿੱਤ ਸਕਦਾ ਹੈ। ਉਹ ਸਭ ਮੁਸੀਬਤਾਂ ਦੇ ਪਾਤਰ ਹਨ। ਇਹ ਦੇਹ ਤੁਛ ਰੂਪ ਹੈ, ਭਾਵ ਨਾਸ਼ਵਾਨ ਹੈ। ਇਸ ਦਾ ਮਾਣ ਨਹੀਂ ਕਰਨਾ ਚਾਹੀਦਾ। ਜਿਸ ਪੁਰਸ਼ ਨੂੰ ਦੇਹ ਦਾ ਆਤਮ ਅਭਿਮਾਨ ਹੋਇਆ ਹੈ ਉਹ ਹੀ ਇੱਥੇ ਦੀਨ ਹੋਇਆ ਹੈ। ਜਦ ਤੱਕ ਆਤਮ ਤੱਤ ਤੋਂ ਵੱਖ ਤਰਲੋਕੀ ਵਿੱਚ ਕੁਝ ਵੀ ਸੱਤ ਲੱਗਦਾ ਹੈ ਤਦ ਤੱਕ ਉਹ ਗ੍ਰਹਿਣ ਕਰਨ ਯੋਗ ਹੈ। ਇਸ ਕਰਕੇ ਪੁਰਸ਼ ਸ਼ੁੱਧ ਭਾਵਨਾ
ਵਿੱਚ ਬੱਝਾ ਰਹਿੰਦਾ ਹੈ। ਸੰਸਾਰ ਵਿੱਚ ਸਤ ਭਾਵਨਾ ਕਰਨੀ ਬੇਅੰਤ ਦੁੱਖਾਂ ਦਾ ਕਾਰਨ ਹੈ ਤੇ ਸੰਸਾਰ ਵਿੱਚ ਅਸਤ ਬੁੱਧੀ ਸੁੱਖ ਦਾ ਕਾਰਨ ਹੈ। ਜਿਸ ਨੂੰ ਦੇਹ ਵਿੱਚ ਅਹਮ ਭਾਵ ਤੇ ਜਗਤ ਵਿੱਚ ਸਤ ਬੁੱਧੀ ਪ੍ਰਾਪਤ ਹੋਈ ਹੈ, ਉਹ ਜੀਵ ਦੀਨਤਾ ਨੂੰ ਪ੍ਰਾਪਤ ਹੁੰਦਾ ਹੈ। ਉਹ ਭਾਵੇਂ ਕਿੰਨਾ ਵੀ ਬਲੀ ਹੋਵੇ ਉਸ ਨੂੰ ਜਿੱਤਣਾ ਸੌਖਾ ਹੈ, ਕਿਉਂਕਿ ਉਸ ਦਾ ਕਰਮ ਨੀਚ ਹੈ। ਜਿਸ ਦੇ ਅੰਦਰ ਵਾਸਨਾ ਨਹੀਂ, ਉਹ ਸ਼ਹਿਦ ਦੀ ਮੱਖੀ ਵਾਂਗ ਹੈ ਤੇ ਉਹ ਸਮੇਰ ਪਰਬਤ ਵਾਂਗ ਦ੍ਰਿੜ ਭਾਵ ਵਿੱਚ ਭਾਰੀ ਹੈ। ਜੋ ਵਾਸਨਾ ਵਾਲਾ ਹੈ ਉਹ ਪਰਮ ਨੀਚਤਾ ਨੂੰ ਪ੍ਰਾਪਤ ਹੁੰਦਾ ਹੈ, ਪਰ ਗੁਣੀ ਪੁਰਸ਼ ਆਪਣੇ ਗੁਣਾਂ ਕਾਰਨ ਬਚ ਜਾਂਦਾ ਹੈ। ਜਿਵੇਂ ਮਾਲਾ ਦੇ ਮਣਕੇ ਵਿੱਚ ਛੇਦ ਹੋਣ ਕਰਕੇ ਧਾਗੇ ਨਾਲ ਪਰੋਇਆ ਜਾਂਦਾ ਹੈ, ਪਰ ਛੇਦ ਰਹਿਤ ਮਾਲਾ ਦਾ ਹਿੱਸਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਜਿਸ ਦਾ ਹਿਰਦਾ ਵਾਸਨਾ ਨਾਲ ਭਰਪੂਰ ਹੈ, ਉਸ ਦੇ ਹਿਰਦੇ ਵਿੱਚ ਔਗਣ ਪ੍ਰਵੇਸ਼ ਕਰਦੇ ਹਨ। ਜਿਸ ਦਾ ਹਿਰਦਾ ਸਾਫ਼ ਹੈ, ਉਸ ਦਾ ਗੁਣਾਂ ਨਾਲ ਭਰਪੂਰ ਰਹਿੰਦਾ ਹੈ। ਜੋ ਵਾਸਨਾ ਰੂਪੀ ਤਾਂਤ ਨਾਲ ਵੱਜੇ ਹੋਏ ਹਨ, ਉਹ ਅਨੇਕ ਦੁੱਖ ਪਾਉਣਗੇ। ਜੋ ਬਲਵਾਨ ਤੇ ਸਰਬੱਗ ਕੁਲ ਦਾ ਵੱਡਾ ਹੈ, ਉਹ ਵੀ ਜੋ ਵਾਸਨਾ ਨਾਲ ਭਰਿਆ ਪਿਆ ਹੈ, ਕੁਝ ਪ੍ਰਾਪਤ ਨਹੀਂ ਕਰ ਸਕਦਾ। ਜਿਵੇਂ ਸ਼ੇਰ ਪਿੰਜਰੇ ਵਿੱਚ ਜੰਜੀਰ ਨਾਲ ਬੰਨਿਆ ਹੋਵੇ ਤਾਂ ਉਸ ਦੀ ਤਾਕਤ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਹੀ ਜੋ ਤ੍ਰਿਸ਼ਨਾ ਨਾਲ ਭਰੇ ਪਏ ਹਨ, ਉਹ ਕੁਝ ਸਿੱਧਤਾ ਪ੍ਰਾਪਤ ਨਹੀਂ ਕਰ ਸਕਦੇ। ਜਿਸ ਨੂੰ ਦੇਹ ਮਾਤਰ ਵਿੱਚ ਅਹਮ ਭਾਵ ਹੈ, ਉਸ ਦੇ ਹਿਰਦੇ ਵਿੱਚ ਤ੍ਰਿਸ਼ਨਾ ਪੈਦਾ ਹੁੰਦੀ ਹੈ। ਉਹ ਪੁਰਸ਼ ਅਜਿਹਾ ਹੈ ਜਿਵੇਂ ਪੰਛੀ ਧਾਗੇ ਨਾਲ ਬੰਨੇ ਹੋਏ ਹਨ ਤੇ ਉਸ ਨੂੰ ਬੱਚਾ ਵੀ ਖਿੱਚ ਲਵੇ। ਅਜਿਹੇ ਪੁਰਸ਼ ਨੂੰ ਜਮ ਵਸ ਕਰ ਲੈਂਦੇ ਹਨ ਤੇ ਵਾਸਨਾ ਰਹਿਤ ਪੁਰਸ਼ ਨੂੰ ਕੋਈ ਮਾਰ ਨਹੀਂ ਸਕਦਾ। ਜਿਵੇਂ ਆਕਾਸ਼ ਵਿੱਚ ਉੜਦੇ ਪੰਛੀ ਨੂੰ ਕੋਈ ਫੜ ਨਹੀਂ ਸਕਦਾ, ਤਿਵੇਂ ਹੀ ਵਾਸਨਾ ਰਹਿਤ ਪੁਰਸ਼ ਦਾ ਵਿਕਾਰ ਕੁਝ ਵਿਗਾੜ ਨਹੀਂ ਸਕਦੇ। ਹਾਂਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਦੀ ਬਾਣੀ ਤੇ ਜੇ ਅਸੀਂ ਡੂੰਘੀ ਸੋਚ ਦੇ ਨਾਲ ਵਿਚਾਰ ਕਰੀਏ ਤੇ ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਸਾਨੂੰ ਵਿਵੇਕ ਦੇ ਬਾਰੇ ਦੱਸਿਆ ਹੈ, ਵਿਵੇਕ ਦੀ ਪ੍ਰਾਪਤੀ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਵਿਵੇਕ ਪਰਮਾਤਮਾ ਦੇ ਨਾਮ ਦਾ ਗਿਆਨ ਹੈ। ਔਰ ਇਹ ਜੋ ਵਿਵੇਕ ਹੈ, ਇਹ ਪਰਮਾਤਮਾ ਦੇ ਨਾਮ ਦਾ ਗਿਆਨ ਸਾਨੂੰ ਸੱਚੀ ਬਾਣੀ ਦੇ ਵਿੱਚੋਂ, ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਯੋਗ ਵਿਸ਼ੇਸ਼ ਮਹਾਰਾਮਾਇਣ ਹੈ, ਉਹਨਾਂ ਚੋਂ ਪ੍ਰਾਪਤ ਹੁੰਦਾ ਹੈ। ਸਿਰਫ ਪੜ੍ਹਨ ਦੇ ਨਾਲ ਜਾਂ ਸੁਣਨ ਦੇ ਨਾਲ ਗੱਲ ਨਹੀਂ ਬਣਦੀ, ਉਹਨੂੰ ਪੜ੍ਹ ਕੇ ਸੁਣ ਕੇ ਉੱਤੇ ਵਿਚਾਰ ਕਰਨਾ, ਅਮਲ ਕਰਨਾ, ਜਿਸ ਤਰ੍ਹਾਂ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਕਿ ਪ੍ਰੈਕਟੀਕਲੀ ਉਹਨੂੰ ਕਰਨਾ। ਔਰ ਦੂਸਰੇ ਜੋ ਭਗਵਾਨ ਵਾਲਮੀਕ ਜੀ ਇਹ ਵਿਵੇਕ ਦੇ ਬਾਰੇ ਸਾਨੂੰ ਦੱਸਦੇ ਹਨ ਕਿ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ, ਸੰਤ ਮਹਾਤਮਾ ਦੀ ਸੰਗਤ। ਇਹ ਬਹੁਤ ਜ਼ਰੂਰੀ ਹੈ ਕਿ ਸੰਤ ਮਹਾਤਮਾ ਜਿਨ੍ਹਾਂ ਨੇ ਖੁਦ ਆਪ ਵਿਵੇਕ ਪ੍ਰਾਪਤ ਕਰਕੇ ਉਸ ਪ੍ਰਭੂ ਪਰਮੇਸ਼ਰ ਦਾ ਮਾਰਗ ਅਪਣਾਇਆ ਹੈ, ਉਹ ਵੀ ਸਾਨੂੰ ਫਿਰ ਉਸ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨਗੇ। ਔਰ ਫਿਰ ਭਗਵਾਨ ਵਾਲਮੀਕ ਜੀ ਸਾਨੂੰ ਹੋਰ ਜੋ ਵਾਸਨਾ ਦੇ ਬਾਰੇ ਬਹੁਤ ਕੁਝ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਜੋ ਵਾਸਨਾ ਹੈ, ਇਸ ਦਾ ਕਰਕੇ ਅਸੀਂ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਹਾਂ। ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਅਸੀਂ ਉਹਦੇ ਵੱਲ ਝਾਤੀ ਨਹੀਂ ਮਾਰਦੇ। ਅਸੀਂ ਵਾਸਨਾ ਦਾ ਕਰਕੇ ਉਸ ਤੋਂ ਵੀ ਜਾਸਤੀ ਪਰਮਾਤਮਾ ਕੋਲੋਂ ਮੰਗਦੇ, ਕਦੀ ਅਸੀਂ ਰੱਜਦੇ ਨਹੀਂ। ਭਾਵ ਕਿ ਉਹ ਸਾਡੀ ਜਿਹੜੀ ਤ੍ਰਿਸ਼ਨਾ ਹੈ ਉਹ ਦੂਰ ਨਹੀਂ ਹੁੰਦੀ। ਔਰ ਤ੍ਰਿਸ਼ਨਾ ਨੂੰ ਜੇ ਦੂਰ ਕਰਨਾ ਹੈ, ਉਹ ਜੋ ਗਰੀਡ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਉਹਨੂੰ ਦੂਰ ਕਰਨਾ ਹੈ, ਤੇ ਫਿਰ ਸਾਨੂੰ ਵਾਸਨਾ ਦੂਰ ਕਰਨੀ ਪਵੇਗੀ। ਵਾਸਨਾ ਕਿਸ ਤਰ੍ਹਾਂ ਦੂਰ ਹੋਵੇਗੀ? ਇਹ ਸਾਡੇ ਮਨ ਦੀ ਸ਼ਕਤੀ ਜੋ ਭਗਵਾਨ ਵਾਲਮੀਕ ਜੀ ਨੇ ਸਾਨੂੰ ਦੱਸਿਆ ਹੈ, ਚਿੱਤ ਜੋ ਹੈ, ਉਸ ਦੀ ਸ਼ਕਤੀ ਤੇ ਮਨ ਦੀ ਸ਼ਕਤੀ ਚਿੱਤ ਨੂੰ ਨਸ਼ਟ ਕਰਨਾ ਪਵੇਗਾ। ਕਿਉਂਕਿ ਸਾਡੇ ਸਰੀਰ ਦੇ ਨਾਲ ਜੁੜੀਆਂ ਹੋਈਆਂ ਜੋ ਇੰਦਰੀਆਂ ਹਨ, ਜਿਨ੍ਹਾਂ ਨੂੰ ਅਸੀਂ ਫਿਜ਼ੀਕਲ ਸੈਂਸਿਸ ਵੀ ਕਹਿ ਦਿੰਦੇ ਹਾਂ,
ਇਹਨਾਂ ਵੱਲ ਵੀ ਸਾਨੂੰ ਦੇਖਣਾ ਪਏਗਾ, ਕਿਉਂਕਿ ਇਹਨਾਂ ਦਾ ਕਰਕੇ ਅਸੀਂ ਆਪਣੀ ਜ਼ਿੰਦਗੀ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਤੇ ਲਗਾ ਦਿੰਦੇ ਹਾਂ। ਔਰ ਜੇ ਅਸੀਂ ਆਪਣੇ ਮਨ ਨੂੰ ਜਿੱਤ ਕੇ ਉਹਦੀ ਜਿਹੜੀ ਸ਼ਕਤੀ ਚਿੱਤ ਹੈ ਉਸ ਨੂੰ ਖਤਮ ਕਰ ਦੇਵਾਂਗੇ ਤੇ ਆਪਣੀਆਂ ਸਰੀਰਕ ਜ਼ਰੂਰਤਾਂ ਜਿਹੜੀਆਂ ਹਨ ਉਹ ਵਾਸਨਾ ਦਾ ਕਰਕੇ ਜੇ ਉਹਨਾਂ ਦੀ ਸ਼ਕਤੀ ਖਤਮ ਹੋ ਜਾਵੇਗੀ ਤੇ ਅਸੀਂ ਸੰਸਾਰ ਦੇ ਵਿੱਚ ਬੜੇ ਅੱਛੇ ਢੰਗ ਦੇ ਨਾਲ ਵਿਚਰ ਸਕਦੇ ਹਾਂ। ਅਸੀਂ ਆਪਣੀ ਆਤਮਾ ਦੇ ਨਾਲ ਜੁੜ ਸਕਦੇ ਹਾਂ, ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ, ਕਿਉਂਕਿ ਆਪਣੇ ਆਤਮਾ ਦੇ ਨਾਲ ਜੁੜ ਕੇ ਪਰਮਾਤਮਾ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਅਸੀਂ ਬਾਹਰ ਮੁਖੀ ਹੋਏ ਆਪਣੀ ਵਾਸਨਾ ਦਾ ਕਰਕੇ ਸੰਸਾਰ ਦੇ ਵਿੱਚੋਂ ਭੋਗ ਪਦਾਰਥ ਲੱਭਦੇ ਹਨ ਕਿ ਉਹ ਸਾਨੂੰ ਸੁੱਖ ਦੇਣ, ਪਰ ਉਹ ਭੋਗ ਪਦਾਰਥਾਂ ਦੇ ਨਾਲ ਸਾਨੂੰ ਸੁੱਖ ਨਹੀਂ ਮਿਲਦਾ ਜਿਹੜਾ ਸਾਨੂੰ ਸਾਡੀ ਆਤਮਾ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੇ ਵਿੱਚੋਂ ਸੁੱਖ ਮਿਲਣਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਦੀ ਬਾਣੀ ਜੋ ਹੈ ਉਹ ਸਾਨੂੰ ਸਹੀ ਰਸਤਾ ਦਿਖਾਉਂਦੀ ਹੈ। ਜੇ ਅਸੀਂ ਕੋਸ਼ਿਸ਼ ਕਰੀਏ ਬਾਣੀ ਨੂੰ ਪੜ੍ਹ ਕੇ ਸੁਣ ਕੇ ਉੱਤੇ ਅਮਲ ਕਰੀਏ, ਉੱਤੇ ਵਿਚਾਰ ਕਰੀਏ ਕਿ ਬਾਣੀ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਔਰ ਅਸੀਂ ਸੰਤ ਮਹਾਤਮਾ ਦੀ ਸੰਗਤ ਕਰੀਏ, ਉਹਨਾਂ ਦੇ ਜੋ ਵਚਨ ਹਨ ਉਹਨਾਂ ਨੂੰ ਸੁਣ ਕੇ ਉਹਨਾਂ ਤੇ ਵੀ ਵਿਚਾਰ ਕਰੀਏ, ਤਾਂ ਫਿਰ ਅਸੀਂ ਸਹੀ ਰਸਤਾ ਅਪਣਾ ਕੇ ਉਸ ਪਰਮਾਤਮਾ ਦੇ ਨਾਲ ਅਸੀਂ ਮਿਲਾਪ ਕਰ ਸਕਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਉਸ ਦੀ ਅਸੀਂ ਸਮਾਪਤੀ ਵੱਲ ਆ ਰਹੇ ਹਾਂ। ਅਗਲੇ ਹਫਤੇ ਅਸੀਂ ਫਿਰ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। शान
वाल्मीकि महाराज की जय।